ਡਾਕਟਰ ਸਾਹਿਬ ਸਰ ਇੱਕ ਰੈਸਕਿਊਅਰ ਨੇ ਸਟਾਰਟ ਕੀਤਾ ਤੇ ਅੱਜ ਮਾਸ਼ਾਅੱਲਾ ਕਿੰਨੀ ਟੀਮ ਮੌਜੂਦ ਹੈ ਆਪਣੇ ਅੱਜ ਸਾਡੀ ਆਪਣੀ ਟੀਮ ਜਿਹੜੀ ਪੰਜਾਬ ਦੀ ਟੀਮ ਹੈਗੀ ਹੈ ਉਹ 16000 ਲੋਕ ਨੇ। ਅੱਛਾ ਹਾਂ ਮਾਸ਼ਾਅੱਲਾ ਇਸ ਤਰ੍ਹਾਂ ਅਗਰ ਮੈਂ ਪੂਰੇ ਪਾਕਿਸਤਾਨ ਦੀ ਲੈ ਲਵਾਂ ਤੇ ਅੱਜ 22000 ਤੋਂ ਜ਼ਿਆਦਾ ਲੋਕੀ ਜਿਹੜੇ ਨੇ ਉਹ ਸਰਵਿਸ ਕਰਦੇ ਅੱਛਾ ਜਿੱਦੇ ਚ ਐਂਬੂਲੈਂਸ ਰੈਸਕਿਊ ਫਾਇਰ ਐਨੀਮਲ ਰੈਸਕਿਊ ਹਰ ਕਿਸਮ ਦੀ ਸਰਵਿਸ ਜਿਹੜੀ ਮੌਜੂਦ ਹੈ। ਬਿਲਕੁਲ ਸਹੀ ਹੈ ਤੇ ਸਰ ਚूँकि ਇੱਕ ਮੁਸ਼ਕਿਲ ਜਿਹਾ ਕੰਮ ਹੈ ਬਜ਼ਾਹਿਰ ਦੇਖਿਆ ਜਾਵੇ ਤੇ ਮਤਲਬ ਜਿਸ ਤਰ੍ਹਾਂ ਸਾਡੀ ਆਰਮੀ ਹੈ ਉਹਨਾਂ ਦਾ ਕੰਮ ਬਹੁਤ ਮੁਸ਼ਕਿਲ ਹੈ ਸਰਹੱਦਾਂ ਤੇ ਦਿਫਾ ਕਰਨਾ ਸਾਡੇ ਸਾਰਿਆਂ ਦਾ ਦਿਫਾ ਕਰਨਾ ਇਸੇ ਤਰ੍ਹਾਂ ਇਹ ਸਰ ਰੈਸਕਿਊ ਕਰਨਾ ਵੀ ਜਿਹੜਾ ਹੈ ਵੀ ਬਹੁਤ ਇੱਕ ਮੁਸ਼ਕਿਲ ਕੰਮ ਹੈ ਤੇ ਤੁਸੀਂ ਕਿਆ ਉਹਨਾਂ ਨੂੰ ਉਹਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਕੋਈ ਅੱਛਾ ਪੇ ਕਰਦੇ ਹੋ ਸਰ ਜੀ ਫਿਜ਼ੀਕਲ ਫਿਟਨੈਸ ਤੇ ਡਿਸਪਲਿਨ ਜਿਹੜਾ ਉਹ ਬੜਾ ਜ਼ਰੂਰੀ ਹੈ ਤੇ ਮੁਆਵਜ਼ਾ ਵੀ ਆਬਵੀਅਸਲੀ ਉਹਨਾਂ ਨੂੰ ਐਕਸਟਰਾ ਰਿਸਕ ਅਲਾਊਂਸ ਅਸੀਂ ਦੇਈਦਾ ਅੱਛਾ ਗੁੱਡ ਤਾਂ ਕਿ ਉਹ ਲੇਕਿਨ ਦੇਖੋ ਪੈਸਾ ਜਾਨ ਦਾ ਜਾਂ ਕਿਸੇ ਹੋਰ ਚੀਜ਼ ਦਾ ਨਹੀਂ ਬਦਲਣਾ ਨਹੀਂ ਨੋ ਡਾਊਟ ਤੇ ਜਦੋਂ ਤੱਕ ਉਹ ਜਜ਼ਬਾ ਨਾ ਹੋਵੇ ਕਿ ਮੈਂ ਆਪਣੀ ਜਾਨ ਨੂੰ ਵੀ ਖਤਰੇ 'ਚ ਪਾ ਕੇ ਦੂਜੇ ਦੀ ਜ਼ਿੰਦਗੀ ਬਚਾਉਣੀ ਹੈ ਉਦੋਂ ਤੱਕ ਉਹ ਰੈਸਕਿਊਰ ਨਹੀਂ ਬਣ ਸਕਦਾ ਉਹ ਪੈਸੇ ਨਾਲ ਨਹੀਂ ਆਉਂਦਾ ਉਹਦੇ ਵਾਸਤੇ ਕਮਿਟਮੈਂਟ ਜੋਸ਼ ਤੇ ਜਜ਼ਬਾ ਚਾਹੀਦਾ ਉਹਦੇ ਵਾਸਤੇ ਤੁਹਾਨੂੰ ਸੈਕਰੀਫਾਈਸ ਕਰਨੀ ਪੈਂਦੀ ਉਹਦੇ ਬਗੈਰ ਇਹ ਕੰਮ ਨਹੀਂ ਬਣਦਾ ਠੀਕ ਹੈ ਨਾ ਤੇ ਉਹ ਜਿਹਦੇ ਜੋ ਬੰਦੇ ਜੋਸ਼ ਨਹੀਂ ਹੈਗਾ ਉਹ ਫਿਰ ਮੈਂ ਪਹਿਲੇ ਦਿਨ ਹੀ ਕਹਿ ਦੇਣਾ ਭਾਈ ਨਹੀਂ ਹੈਗਾ ਤਾਂ ਜਾ ਕੇ ਕੁਝ ਹੋਰ ਕਰ ਲਓ ਇਸ ਕਰਕੇ ਇਹ ਬੜਾ ਚੀਜ਼ ਜ਼ਰੂਰੀ ਹੈ ਤਾਂ ਕਿ ਇਹਨੂੰ ਕੀਤਾ ਜਾਏ ਕਿਉਂਕਿ ਪੈਸੇ ਨਾਲ ਇਹ ਜਜ਼ਬਾ ਨਹੀਂ ਆ ਸਕਦਾ। ਅੱਜ ਤੱਕ ਕਿੰਨੇ ਕੁ ਸਾਡੇ ਐਸੇ ਰੈਸਕਿਊਅਰਸ ਨੇ ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੇ ਵਾਸਤੇ ਕੋਈ ਤੁਸੀਂ ਮਾਲੀ ਇਮਦਾਦ ਦਾ ਉਹਨਾਂ ਦਾ ਕੋਈ ਪੈਕੇਜ ਦਾ ਐਲਾਨ ਕੀਤਾ ਹੋਵੇ? ਅੱਜ ਤੱਕ ਮੈਂ ਦੇਖਾਂ ਤੇ 100 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਸਾਡੇ ਮੁxtਲਿਫ ਇਨਸੀਡੈਂਟਸ ਜੋ ਉਹਨਾਂ ਦੀ ਡੈਥ ਹੋਈ ਹੈ। ਮੈਂ ਅਗਰ ਸ਼ਹੀਦ ਇਨ ਦਾ ਸੈਂਸ ਲਵਾਂ ਕਿ ਜਿਨ੍ਹਾਂ ਨੇ ਇਨ ਦਾ ਲਾਈਨ ਆਫ ਡਿਊਟੀ ਕੀਤੀ ਹੈ ਉਹ ਵੀ ਕੋਈ 30-40 ਦੇ ਕਰੀਬ ਹੋਣਗੇ ਤੇ ਜਿਹੜਾ ਵੀ ਸਾਡਾ ਬੰਦਾ ਇਨ ਦਾ ਲਾਈਨ ਆਫ ਡਿਊਟੀ ਸ਼ਹੀਦ ਹੁੰਦਾ ਉਹਨੂੰ ਬਕਾਇਦਾ ਸਪੈਸ਼ਲ ਕੰਪਨਸੇਸ਼ਨ ਸਪੈਸ਼ਲ ਪੈਕੇਜ ਉਹਨੂੰ ਦਿੱਤਾ ਜਾਂਦਾ ਤੇ ਉਹਨਾਂ ਦੀ ਫੈਮਿਲੀ ਨੂੰ ਜੋ ਲੁੱਕ ਆਫਟਰ ਕੀਤਾ ਜਾਂਦਾ ਤਾਂ ਕਿ ਉਹ ਸਾਰੀ ਉਮਰ ਉਹਨਾਂ ਦੀ ਜਿਹੜੀ ਸੈਲਰੀ ਉਹਨਾਂ ਨੂੰ ਫੈਮਿਲੀ ਨੂੰ ਮਿਲਦਾ ਰਹੇ ਤੇ ਬਕਾਇਦਾ ਇਹ ਸਾਰਾ ਉਹਨਾਂ ਖਿਆਲ ਰੱਖੀਦਾ ਉਹਨਾਂ ਦੇ ਬਕਾਇਦਾ ਬੱਚਿਆਂ ਨੂੰ ਵੀ ਅਸੀਂ ਦੈਨ ਲੁੱਕ ਆਫਟਰ ਕਰਦੇ ਹਾਂ ਕਿ ਤੁਹਾਨੂੰ ਸਕੂਲ ਦੇ ਸਾਰੀ ਜਗ੍ਹਾ ਤੇ ਉਹਨਾਂ ਨੂੰ ਕਿਸੇ ਚੀਜ਼ ਦੀ ਉਮੀਦ ਨਾ ਹੋਏ ਕਿ ਜੀ ਉਹਨਾਂ ਸੇ ਨਹੀਂ ਸਾਡੀ ਪੂਰਾ ਸਾਡਾ ਅਵਲੀ ਤਰਜੀਹ ਹੈ ਕਿ ਉਹਨਾਂ ਦਾ ਖਿਆਲ ਰੱਖਿਆ ਜਾਏ। ਬਿਲਕੁਲ ਸਹੀ ਹੈ ਸਰ ਡਿਜ਼ਾਸਟਰ ਮੈਨੇਜਮੈਂਟ ਦਾ ਤੁਸੀਂ ਜ਼ਿਕਰ ਕਰਦੇ ਹੋ ਬਾਰਹਾ ਔਰ ਐਮਰਜੈਂਸੀ ਸਰਵਿਸਿਜ਼ ਦਾ ਜ਼ਿਕਰ ਕਰਦੇ ਹੋ ਤੁਸੀਂ ਇਹ ਬਾਕਾਇਦਾ ਇੱਕ ਸਬਜੈਕਟ ਦੀ ਸੂਰਤ ਇਖਤਿਆਰ ਕਰ ਗਿਆ ਤੁਸੀਂ ਕੋਈ ਸੁਜੈਸਟ ਕਰੋਗੇ ਕਿ ਇਹਨੂੰ ਕੋਈ ਸਿਲੇਬਸ ਦਾ ਵੀ ਹਿੱਸਾ ਬਣਾਉਣਾ ਚਾਹੀਦਾ ਹੈ ਯੂਨੀਵਰਸਿਟੀਆਂ ਦੇ ਵਿੱਚ ਕਾਲਜਿਸ ਦੇ ਵਿੱਚ? ਦੇਖੋ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਜੇ ਐਂਬੂਲੈਂਸ ਰੈਸਕਿਊ ਫਾਇਰ ਸਰਵਿਸ ਤੇ ਪੁਲਿਸ ਹੋ ਗਈ ਇਹ ਐਸੈਂਸ਼ੀਅਲ ਸਰਵਿਸਿਜ਼ ਨੇ ਯਾਨੀ ਇਹਨਾਂ ਦੇ ਬਗੈਰ ਕੋਈ ਵੀ ਜਗ੍ਹਾ ਯਾਨੀ ਤੁਸੀਂ ਅਗਰ ਐਮਰਜੈਂਸੀ 'ਚ ਹੋ ਜ਼ਿੰਦਗੀ ਮੌਤ ਦੀ ਕਸ਼ਮਕਸ਼ ਹੁੰਦੀ ਹੈ ਕੋਈ ਕ੍ਰਾਈਮ ਇਨਸੀਡੈਂਟ ਹੋ ਰਿਹਾ ਉੱਥੇ ਇਹ ਸਟੇਟ ਦੀ ਜ਼ਿੰਮੇਵਾਰੀ ਹੈ ਜਿੱਥੇ ਇਹਨਾਂ ਨੂੰ ਐਸੈਂਸ਼ੀਅਲ ਸਰਵਿਸਿਜ਼ ਰੱਖਦੇ ਹੋਏ ਤੁਹਾਨੂੰ ਪ੍ਰੋਵਾਈਡ ਕਰਨਾ। ਬਿਲਕੁਲ ਠੀਕ ਹੈ। ਉਹਦੇ ਬਾਅਦ ਆ ਗਿਆ ਹੁਣ ਡਿਜ਼ਾਸਟਰ ਮੈਨੇਜਮੈਂਟ ਕੀ ਹੈ। ਡਿਜ਼ਾਸਟਰ ਮੈਨੇਜਮੈਂਟ ਅਸਲ ਵਿੱਚ ਹੈਗਾ ਕਿ ਅਸੀਂ ਡਿਜ਼ਾਸਟਰ ਹੋਣ ਨਾ ਦਈਏ। ਮਸਲਨ ਤੁਸੀਂ ਅਗਰ ਸਭ ਤੋਂ ਜਿਹੜੀ ਇਸ ਵਕਤ ਜ਼ਰੂਰੀ ਚੀਜ਼ ਹੈ ਕਲਾਈਮੇਟ ਚੇਂਜ ਨੂੰ ਦੇਖ ਲਓ ਜਾਂ ਡਿਜ਼ਾਸਟਰ ਨੂੰ ਦੇਖ ਲਓ ਜਿਹੜਾ ਮੈਂ ਸਮਝਦਾ ਸਭ ਤੋਂ ਵੱਡਾ ਕੰਮ ਇਸ ਵਕਤ NDMA ਜਾਂ PDMA ਨੂੰ ਕਰਨ ਦੀ ਲੋੜ ਹੈ ਉਹ ਇਹ ਕਿ ਤੁਸੀਂ ਗਲਤ ਥਾਂ ਤੇ ਪਹਿਲੇ ਡਿਫਾਈਨ ਕਰ ਲਓ ਕਿੰਨਾ ਤੁਸੀਂ ਰੱਖਣਾ ਹੈ ਇਲਾਕਾ ਕਲਟੀਵੇਸ਼ਨ ਵਾਸਤੇ ਤੁਹਾਨੂੰ ਫੂਡ ਸਿਕਿਉਰਿਟੀ ਦਾ ਇਸ਼ੂ ਆਏਗਾ ਇੰਨੀ ਆਬਾਦੀ ਵੱਧਦੀ ਜਾ ਰਹੀ 400 ਮਿਲੀਅਨ ਤੇ ਚਲੀ ਗਈ 40 ਕਰੋੜ ਤਾਂ ਕਿਸ ਤਰ੍ਹਾਂ ਕਰੋਗੇ। ਦੂਸਰਾ ਜਿਹੜਾ ਹੈ ਤੁਹਾਡੀ ਉੱਥੇ ਕਿੰਨਾ ਤੁਹਾਨੂੰ ਰੱਖਣਾ ਹੈ ਏਰੀਆ ਕਿੱਥੇ ਸ਼ਹਿਰ ਬਣਾਉਣੇ ਨੇ ਕਿਸ ਸਾਈਜ਼ ਦਾ ਸ਼ਹਿਰ ਰੱਖਣਾ ਉਹਨੂੰ ਪਾਣੀ ਦੀ ਸਪਲਾਈ ਕਿਸ ਤਰ੍ਹਾਂ ਆਏਗੀ ਫਿਰ ਕਿਸ ਤਰ੍ਹਾਂ ਦੀ ਕੰਸਟਰਕਸ਼ਨ ਕਰਨੀ ਹੈ ਤੇ ਨਾਲ ਦਰਿਆਵਾਂ ਵਿੱਚ ਜਾਂ ਨਾਲਿਆਂ ਵਿੱਚ ਕਿੱਥੇ ਕੰਸਟਰਕਸ਼ਨ ਨਾ ਹੋਵੇ। ਬਿਲਕੁਲ ਠੀਕ ਕਿਉਂਕਿ ਉਹ ਸੇਫ ਸਸਟੇਨੇਬਲ ਨਹੀਂ ਹੈ ਜੀ ਤਾਂ ਕਿ ਡਿਜ਼ਾਸਟਰ ਨਾ ਹੋਵੇ। ਡਿਜ਼ਾਸਟਰ ਅਸੀਂ ਖੁਦ ਤਬਾਹੀ ਫਿਰ ਲੈ ਕੇ ਬਿਲਕੁਲ ਅਸਲ ਚੀਜ਼ ਜਿਹੜੀ ਹੈ ਉਹ ਹੈਗਾ ਕਿ ਸਾਨੂੰ ਇਫੈਕਟਿਵ ਲੈਂਡ ਯੂਜ਼ ਤੇ ਬਿਲਡਿੰਗ ਕੰਟਰੋਲ ਦਾ ਨਿਜ਼ਾਮ ਚਾਹੀਦਾ ਤੇ ਜਿੱਥੇ ਵੀ ਡਿਵੈਲਪਡ ਕੰਟਰੀਆਂ ਨੇ ਅਗਰ ਤੁਸੀਂ ਦੇਖੋ ਉੱਥੇ ਹਰ ਚੁੱਕੇ ਮਹਿਕਮਾ ਕੰਮ ਕਰ ਰਿਹਾ ਮੌਸਰ ਅੰਦਾਜ਼ ਨਾਲ ਕੰਮ ਕਰਦਾ ਹੈ ਉਹਦੇ ਪਾਲਿਸੀ ਹਰ ਸੈਕਟਰ ਵਿੱਚ ਬਣਾਈ ਹੁੰਦੀ ਹੈ ਤੇ ਉਸ ਕਰਕੇ ਇਫੈਕਟਿਵਲੀ ਉਹ ਐਮਰਜੈਂਸੀ ਨੂੰ ਐਮਰਜੈਂਸੀ ਰੱਖਦੇ ਨੇ ਡਿਜ਼ਾਸਟਰ ਨਹੀਂ ਬਣਨ ਠੀਕ ਹੈ ਨਾ। ਫਿਰ ਉੱਥੇ ਮੇਰੇ ਖਿਆਲ ਵਾਕਿਆਤ ਦੀ ਤਾਦਾਦ ਵੀ ਮੇਰੇ ਖਿਆਲ ਹੈ ਕਿ ਘੱਟ ਹੁੰਦੀ ਹੋਵੇਗੀ। ਜ਼ਾਹਿਰੀ ਬਾਤ ਹੈ ਜਿਸ ਤਰ੍ਹਾਂ ਉੱਥੇ ਹਾਦਸਾਤ ਹੋਏ ਯੂਰਪ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਜ਼ੀਰੋ ਵਿਜ਼ਨ ਤੇ ਜਾ ਕੇ ਅਸੀਂ ਇਹਨਾਂ ਨੂੰ ਹੋਣ ਤੋਂ ਰੋਕਣਾ। ਅੱਛਾ ਤੇ ਇਹ ਸਾਡੀ ਪਾਲਿਸੀ ਹੁੰਦੀ ਆ। ਤੁਸੀਂ ਯੂਕੇ ਦੇਖੋ ਉੱਥੇ ਗਲੈਨਫੀਲਡ ਟਾਵਰ ਦੀ ਅੱਗ ਲੱਗੀ ਉਹਨੇ ਪੂਰੇ ਬਿਲਡਿੰਗ ਕੋਡ ਬਦਲ ਦਿੱਤੇ। ਜ਼ਬਰਦਸਤ ਇਹ ਹੁੰਦੀ ਹੈ ਪਾਲਿਸੀ ਜਿੱਥੇ ਤੁਸੀਂ ਰਿਐਕਟਿਵ ਨਹੀਂ ਬਲਕਿ ਪ੍ਰੋਐਕਟਿਵਲੀ ਤੁਸੀਂ ਪ੍ਰੀਵੈਂਸ਼ਨ ਵਾਸਤੇ ਕੰਮ ਕਰਦੇ ਹੋ ਕਿਉਂਕਿ ਵਰਨਾ ਤੇ ਸਾਡਾ ਬੜਾ ਮੌਸਰ ਅੰਦਾਜ਼ ਹੈਗਾ ਸਾਡਾ 1958 ਦਾ ਕਲੈਮਿਟੀਜ਼ ਐਕਟ ਸੀ ਉਹਦੇ ਵਿੱਚ ਕੋਈ ਇਲਾਕਾ ਅਗਰ ਅਸਰ ਅੰਦਾਜ਼ ਹੋ ਜਾਏ ਡਿਜ਼ਾਸਟਰ ਦਾ ਉਹਨੂੰ ਰਿਲੀਫ ਦੇਣਾ
ਉਹਦੇ ਟੈਕਸਿਸ ਮਾਫ ਕਰਨੇ। ਦੂਜੇ ਸੂਬੇ ਤੋਂ ਰੈਵਨਿਊ ਦਾ ਬੜਾ ਸਾਡਾ ਮੌਸਰ ਨਿਜ਼ਾਮ ਹੈਗਾ, ਉੱਥੋਂ ਅਸੀਂ ਲੈ ਕੇ ਵਸਾਇਲ ਫਿਰ ਦੂਜੇ ਨੂੰ ਹੈਲਪ ਵੀ ਕਰੀ ਦੀ ਹੈ। ਬਕਾਇਦਾ ਸਾਡਾ ਜ਼ਿਲ੍ਹੀ ਇੰਤਜ਼ਾਮੀਆ ਨੇ ਪਿਛਲੇ ਸਾਲ ਜਦੋਂ ਇੰਨੇ ਤਾਰੀਖ ਤੇ ਸਭ ਤੋਂ ਵੱਡੇ ਫਲੱਡ ਆਏ, ਅਸੀਂ ਉਹਨੂੰ ਅਰਲੀ ਵਾਰਨਿੰਗ ਦੇ ਦਿੱਤੀ। ਅਸੀਂ 25 ਲੱਖ ਲੋਕਾਂ ਨੂੰ ਕੱਢਿਆ ਦਰਿਆ ਤੋਂ। ਅਗਰ ਨਾ ਕੱਢਦੇ ਫੌਰਨ ਅਗਰ ਪ੍ਰੋਐਕਟਿਵਲੀ ਤੇ ਬਹੁਤ ਬੜਾ ਨੁਕਸਾਨ ਹੋ ਜਾਣਾ। 21,000 ਜਾਨਵਰ ਕੱਢੇ ਨੇ ਕਿਉਂਕਿ ਉਹ ਸਾਰੇ ਦਰਿਆ ਦੇ ਬੈਠੇ ਬੈਠੇ ਸੀ। 3 ਦਰਿਆਵਾਂ 'ਚ ਇਕੱਠਾ ਪਾਣੀ ਆ ਗਿਆ। ਹੁਣ ਤੇ ਅਸੀਂ ਨਾ ਕਰਦੇ, ਅਗਰ ਜ਼ਿਲ੍ਹੀ ਇੰਤਜ਼ਾਮੀਆ ਰੈਵਨਿਊ ਸਟਾਫ ਨਾ ਮਿਲ ਕੇ ਸਾਡੇ ਨਾਲ ਕਰਦਾ ਤੇ ਉੱਤੇ ਬਹੁਤ ਬੜੀਆਂ ਬਾਤ ਹੋ ਜਾਣੀ ਹੈ। ਫਿਰ ਵੀ ਜਿਹੜੇ ਲੋਕੀ ਅੰਦਰ ਫਸ ਗਏ ਜਿੱਥੇ ਪਾਣੀ ਐਕਸਪੈਕਟਡ ਨਹੀਂ ਸੀ, ਉੱਥੋਂ ਅਸੀਂ 3.5 ਲੱਖ ਉਹਨੂੰ ਕਿਸ਼ਤੀਆਂ ਤੇ ਕੱਢਿਆ। ਇੰਨਾ ਵੱਡਾ ਪਾਕਿਸਤਾਨ ਦੀ ਤਾਰੀਖ ਦਾ ਸਭ ਤੋਂ ਵੱਡਾ ਫਲੱਡ ਕੀਤਾ। ਤੇ ਸਰ ਤੁਸੀਂ ਸਮਝਦੇ ਹੋ ਕਿ ਸਾਡੇ ਇੱਥੇ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਸਿਸਟਮ ਹੈ ਹਾਲੇ ਅਸੀਂ ਉਸ ਲੈਵਲ ਤੇ ਜਾ ਕੇ ਕੰਮ ਨਹੀਂ ਕਰ ਰਹੇ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ? ਇੱਕ ਫਰਕ, ਮੈਂ ਚੁੱਕੇ ਸੈਕਟਰੀ ਜਨਰਲ ਰਿਹਾ ਰੈੱਡ ਕ੍ਰਾਸ ਦਾ ਵੀ, ਉਹਦੇ ਬਾਅਦ ਅਕਵਾਮ ਮੁਤਹਿਦਾ ਤੇ ਵੀ ਮੈਂ ਜਾਣਦਾ। 3 ਸਾਲ ਮੈंने ਆਪਣਾ ਜਾ ਕੇ ਪਾਕਿਸਤਾਨ ਦਾ ਮੁਕੱਦਮਾ ਜਿਹੜਾ ਸੀ ਕੇਸ ਜਿਹੜਾ ਕਰਿਆ ਉਹਦੇ ਤੇ ਲੜਿਆ ਤੇ ਆਪਣੀ ਜਾ ਕੇ ਫਾਈਨਲੀ ਸਾਡੀ ਸਰਟੀਫਿਕੇਸ਼ਨ ਹੋਈ। ਉੱਥੇ ਜਾ ਕੇ ਪ੍ਰੈਜ਼ੈਂਟ ਕਰਨਾ, ਪਰਫਾਰਮੈਂਸ ਪ੍ਰੈਜ਼ੈਂਟ ਕਰਨਾ। ਉੱਥੇ 190 ਮੁਲਕ ਤੋਂ ਜ਼ਿਆਦਾ ਨੇ, 192 ਮੁਲਕ ਨੇ। ਤੁਸੀਂ ਉਹਨਾਂ ਦੇ ਬੈਠ ਕੇ ਜਦੋਂ ਸੁਣਦੇ ਹੋ ਮਸਲੇ ਮਸਾਇਲ, ਤੇ ਜਿਹੜਾ ਡਿਵੈਲਪਡ ਤੇ ਡਿਵੈਲਪਿੰਗ ਕੰਟਰੀ ਦਾ ਫਰਕ ਇੱਕੋ ਹੀ। ਜਿਨਨੇ ਆਪਣੇ ਗਵਰਨੈਂਸ ਦਾ ਨਿਜ਼ਾਮ ਠੀਕ ਕਰ ਲਿੱਤਾ ਹਰ ਸ਼ੋਬੇ 'ਚ, ਉਹ ਅੱਜ ਡਿਵੈਲਪਡ ਕੰਟਰੀ ਬਣ ਗਿਆ। ਦੇਖੋ ਇਹ ਸਾਰੀਆਂ ਚੀਜ਼ਾਂ ਨੇ, ਵਸਾਇਲ ਦਾ ਮਸਲਾ ਨਹੀਂ ਹੈਗਾ। ਅਸਲ ਚੀਜ਼ ਹੈਗੀ ਹੈ ਕਿ ਤੁਸੀਂ ਉਸ ਵਸਾਇਲ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ ਤੇ ਕਿਸ ਤਰ੍ਹਾਂ ਆਪਣਾ ਨਿਜ਼ਾਮ ਠੀਕ ਕਰਦੇ ਹੋ। ਇਸ ਤਰ੍ਹਾਂ ਤੁਸੀਂ ਅਦਾਰੇ ਦੇਖ ਲਓ, ਅਗਰ ਇੱਕ ਅਦਾਰਾ ਅੱਛਾ ਕੰਮ ਕਰਦਾ ਪਿਆ ਉੱਥੇ ਤੁਹਾਨੂੰ ਫਰਕ ਕੀ ਹੈ, ਦੂਜਾ ਗਵਰਨੈਂਸ ਦਾ ਫਰਕ ਹੈ। ਬਿਲਕੁਲ। ਤੇ ਚਾਹੇ ਮੁਲਕ ਹੋਏ, ਚਾਹੇ ਸੂਬਾ ਹੋਏ, ਚਾਹੇ ਕੋਈ ਅਦਾਰਾ ਹੋਏ, ਫਰਕ ਸਿਰਫ ਇੱਕ ਗਵਰਨੈਂਸ ਦਾ। ਅੱਜ ਉਹ ਠੀਕ ਕਰ ਲਓ, ਕਲੈਰਿਟੀ ਹੋਏ ਕਿ ਜੀ ਕਰਨਾ ਕੀ ਹੈ, ਕਿਸ ਤਰ੍ਹਾਂ ਕਰਨਾ ਹੈ, ਕਿੰਨੇ ਕਰਨਾ ਹੈ, ਉਹਦੀ ਪਰਫਾਰਮੈਂਸ ਅਕਾਊਂਟੇਬਿਲਿਟੀ ਹੋਏ, ਫਿਰ ਫਾਈਨੈਂਸ਼ੀਅਲ ਅਕਾਊਂਟੇਬਿਲਿਟੀ ਹੋਏ। ਬਿਲਕੁਲ ਸਹੀ ਹੈ। ਡਾਕਟਰ ਸਾਹਿਬ ਤੁਸੀਂ ਵਸਾਇਲ ਦਾ ਜ਼ਿਕਰ ਕੀਤਾ ਤੇ 1122 ਜਿਸ ਤਰ੍ਹਾਂ ਪਰਫਾਰਮ ਕਰ ਰਿਹਾ ਮਾਸ਼ਾਅੱਲਾ, ਵਸਾਇਲ ਜਿਹੜੇ ਨੇ ਜਾਂ ਬਜਟ ਜਿਹੜਾ ਉਹ ਤੁਹਾਨੂੰ ਸਫੀਸ਼ੀਐਂਟ ਮਿਲ ਰਿਹਾ ਗਵਰਨਮੈਂਟ ਵੱਲੋਂ? ਦੇਖੋ ਜੀ, ਇੱਕ ਡਿਵੈਲਪਿੰਗ ਜਾਂ ਇੱਕ ਜਿਹੜਾ ਕੰਟਰੀ 'ਚ ਹਮੇਸ਼ਾ ਚੈਲੰਜ ਰਹਿੰਦਾ। ਤੁਸੀਂ ਮੈਂ ਕਹਾਂ ਜੀ ਮੈਂ ਹੁਣ ਅਮਰੀਕਾ ਤੇ ਉਸ ਤਰ੍ਹਾਂ ਦੇ ਕਰਨਾ, ਉਹ ਮੁਮਕਿਨ ਨਹੀਂ ਹੈ। ਅਸੀਂ ਇਸ ਆਪਣੇ ਵਸਾਇਲ ਦੇ ਅੰਦਰ ਰਹਿੰਦੇ ਆਏ ਹਾਂ, ਇਸ ਕਰਕੇ ਅਸੀਂ ਆਬਾਦੀ ਦੇ ਬਜਾਏ ਰਿਸਪੌਂਸ ਟਾਈਮ ਮਾਡਲ ਫੋਲੋ ਕੀਤਾ। ਬਿਲਕੁਲ ਠੀਕ। ਤਾਂ ਕਿ ਕਮ ਤੋਂ ਕਮ ਵਸਾਇਲ ਤੋਂ ਅਸੀਂ ਬੈਸਟ ਪੋਸੀਬਲ ਰਿਸਪੌਂਸ ਦੇ ਸਕੀਏ। ਬਿਲਕੁਲ ਠੀਕ। ਸੇ ਅਸੀਂ ਉਸ ਰਿਸਪੌਂਸ ਮਾਡਲ ਨੂੰ ਫੋਲੋ ਕਰਦੇ ਹੋਏ ਅਸੀਂ ਜਿਹੜਾ ਵੀ ਚੀਜ਼ ਬੈਸਟ ਟੂ ਬੈਸਟ ਕਰ ਸਕਦੇ ਹਾਂ, ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਕਾਸਟ ਇਫੈਕਟਿਵ ਰੱਖਦੇ ਹੋਏ ਇਹਨੂੰ ਨਿਜ਼ਾਮ ਨੂੰ ਅਸੀਂ ਰੱਖੀਏ। ਉਹਦੇ ਮੁਤਾਬਿਕ ਵਸਾਇਲ ਮੁਖਤਲਿਫ ਦਿੰਦੇ ਨੇ ਤੇ ਗਵਰਨਮੈਂਟ ਜਿਹੜੀ ਹੈ ਦੇ ਵੀ ਰਹੀ ਹੈ, ਕਿਉਂਕਿ ਇਹ ਇੱਕ ਐਸੈਂਸ਼ੀਅਲ ਸਰਵਿਸ ਹੈਗੀ ਹੈ। ਉਹਦੇ ਵਾਸਤੇ ਜੋ ਵਸਾਇਲ ਚੱਲਦੇ ਨੇ, ਥੋੜਾ ਮੁਸ਼ਕਿਲ ਹੁੰਦੀ ਹੈ ਜਦੋਂ ਮਸਲਾ ਐਂਬੂਲੈਂਸਸ ਹੋ ਗਈਆਂ ਬਦਲਣੀਆਂ ਨੇ, ਕੁਝ ਹੋਰ ਹੁੰਦਾ ਹੈ ਥੋੜਾ ਬਹੁਤਾ, ਲੇਕਿਨ ਉਹ ਕਨਵਿੰਸ ਕਰਕੇ ਅਲਟੀਮੇਟਲੀ ਦੇ ਦਿੰਦੇ ਨੇ। ਹੁਣ ਸਾਡੀਆਂ ਬਹੁਤ ਅਰਸੇ ਬਾਅਦ ਕਿੰਨੇ ਸਾਲਾਂ ਤੋਂ ਜਿਹੜੀਆਂ ਐਂਬੂਲੈਂਸਸ ਨਹੀਂ ਬਦਲੀਆਂ ਸਾਨੂੰ ਹੁਕੂਮਤ ਨੇ ਦਿੱਤੀਆਂ ਨੇ, ਜਿਹੜੀਆਂ ਹੁਣ ਐਂਬੂਲੈਂਸਸ ਤੁਹਾਨੂੰ ਦਿਖਾਵਾਂਗੇ ਉਹ ਬਦਲੀਆਂ ਜਾ ਰਹੀਆਂ ਨੇ ਜੀ, ਤਾਂ ਕਿ ਜਿਹੜੀਆਂ 7-7 6 5-5 6-7 ਲੱਖ ਚੱਲ ਗਈਆਂ ਸਾਨੂੰ, ਉਹਨਾਂ ਨੂੰ ਅਸੀਂ ਹੁਣ ਬਦਲ ਰਹੇ ਹਾਂ। ਔਰ ਵੈਲ ਇਕਵਿਪਡ ਨੇ ਸਾਰੀਆਂ ਜੀ, ਸਾਰੀਆਂ ਇਕਵਿਪਮੈਂਟ ਹੁੰਦਾ, ਜਿੰਨਾ ਵੀ ਬੁਨਿਆਦੀ ਇਕਵਿਪਮੈਂਟ ਅਸੀਂ ਬਹੁਤ ਹਾਈ ਐਂਡ ਨਹੀਂ ਚਾਹੀਦਾ ATLS ਇਕਵਿਪਮੈਂਟ, ਕਿ ਉਦੋਂ ਉਹਦਾ ਫਾਇਦਾ ਨਹੀਂ ਹੈਗਾ। ਤੇ ਅਸੀਂ ਬੇਸਿਕ ਇਕਵਿਪਮੈਂਟ ਰੱਖਿਆ ਜਿਹਦੇ ਨਾਲ ਜ਼ਿੰਦਗੀ ਬਚਾਉਣ ਵਾਸਤੇ ਜ਼ਰੂਰੀ ਹੈ, ਤਾਂ ਕਿ ਉਹ ਹਰ ਐਂਬੂਲੈਂਸ 'ਚ ਅਵੇਲੇਬਲ ਹੋਣਾ ਚਾਹੀਦਾ। ਅੱਛਾ ਡਾਕਟਰ ਸਾਹਿਬ, ਤੁਸੀਂ ਇਤਨੀ ਦੇਰ ਤੋਂ ਮਾਸ਼ਾਅੱਲਾ ਇਸ ਅਦਾਰੇ ਨੂੰ ਸੰਭਾਲ ਰਹੇ ਹੋ। ਬੇਸ਼ੁਮਾਰ ਵਾਕਿਆਤ ਐਸੇ ਹੋਏ ਜਿਹੜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਗੁਜ਼ਰੇ। ਕੋਈ ਐਸਾ ਵਾਕਿਆ, ਕੋਈ ਐਸਾ ਸਾਹਨਿਆ ਜਿਹੜਾ ਬੜਾ ਇੱਕ ਦਿਲ ਤੇ ਅਸਰ ਕਰ ਗਿਆ ਹੋਵੇ, ਜਿਹਨੂੰ ਤੁਸੀਂ ਬੜਾ ਇਮੋਸ਼ਨਲੀ ਯਾਦ ਕਰਦੇ ਹੋ? ਜੀ, ਸਭ ਤੋਂ ਪਹਿਲਾਂ ਤਾਂ ਜਿਹੜਾ ਇੱਥੇ ਜਿਹੜਾ ਸਰਵਿਸ ਵਿੱਚ ਮੈਂ ਦੇਖਿਆ ਤਾਂ ਇੱਕ ਸਭ ਤੋਂ ਬੜਾ ਜਿਹੜਾ ਗੱਖੜ ਪਲਾਜ਼ਾ ਦਾ ਇੰਸੀਡੈਂਟ ਹੋਇਆ ਸੀ, ਉਹ ਬੜਾ ਅਫਸੋਸਨਾਕ ਸੀ। ਯਾਨੀ ਕਿਸ ਤਰ੍ਹਾਂ 4 ਮੰਜ਼ਲਾ ਬਿਲਡਿੰਗ 6 ਮੰਜ਼ਲਾ ਉਹਨੇ ਬਣਾ ਲਿੱਤੀਆਂ ਹੋਈਆਂ ਸਨ। ਬਿਲਡਿੰਗ ਦੀ ਕੰਸਟਰਕਸ਼ਨ ਜਿਹੜੀ ਸੀ ਅਪ ਟੂ ਦ ਮਾਰਕ ਨਹੀਂ ਸੀ, ਵਰਨਾ ਹੁਣੇ ਤੱਕ ਅਸੀਂ 3 ਲੱਖ ਇੰਸੀਡੈਂਟ ਇਸ ਤਰ੍ਹਾਂ ਡਿੱਗਦੇ ਹੋਏ ਨਹੀਂ ਦੇਖਿਆ ਬਿਲਡਿੰਗਾਂ ਨੂੰ। ਉਹਦੇ 'ਚ ਸਾਡੇ 13 ਕੰਕਰੀਟ ਦੀ ਬਿਲਡਿੰਗ ਸੀ, 13 ਫਾਇਰ ਫਾਈਟਰ ਸ਼ਹੀਦ ਹੋਏ। ਸਾਡੇ ਕੋਈ 4 ਸਾਡੇ ਸਨ, 6 ਇਸ ਤਰ੍ਹਾਂ PO ਬਾਅਦ ਤੋਂ ਆਏ ਹੋਏ ਸਨ, ਇੱਕ ਬਲਦੀਆ ਦਾ ਸੀ। ਤੇ ਉਹ ਸਾਰੇ ਵਿਚਾਰੇ, ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ ਕਿ ਉਸ ਤਰ੍ਹਾਂ ਨਿਕਲ ਸਕਣ। ਕੁਝ ਸਿਵਲ ਐਵੀਏਸ਼ਨ ਦੇ ਵੀ ਆਏ ਸਨ ਮਦਦ ਕਰਨ ਵਾਸਤੇ, ਉਦੋਂ ਅਸੀਂ ਨਈ ਸਰਵਿਸ ਸ਼ੁਰੂ ਕੀਤੀ ਸੀ। ਤੇ ਉਹ ਜਿਹੜਾ ਸੀ ਉਹ ਬੜਾ ਮੁਸ਼ਕਿਲ ਟਾਈਮ ਸੀ ਉਦੋਂ। ਫਿਰ ਅੰਦਰ ਕਿਸ ਤਰ੍ਹਾਂ ਆਪਰੇਸ਼ਨ ਹੋਣਾ, ਕਰਨਾ, ਉਹਨਾਂ ਨੂੰ ਕੱਢਣਾ, ਉਹ ਬਹੁਤ ਇੱਕ ਯਾਨੀ ਐਸਾ ਸਾਨਿਆ ਸੀ ਜਿਹਨੂੰ ਮੈਂ ਭੁੱਲ ਨਹੀਂ ਸਕਦਾ। ਕੋਈ ਐਸਾ ਵਾਕਿਆ ਡਾਕਟਰ ਸਾਹਿਬ ਜਿਹੜਾ ਤੁਸੀਂ ਦੇਖ ਰਹੇ ਹੋ ਆਪਣੀ ਅੱਖਾਂ ਦੇ ਸਾਹਮਣੇ, ਕਿਸੇ ਨੂੰ ਰੈਸਕਿਊ ਕਰਨਾ ਵੀ ਚਾਹ ਰਹੇ ਹੋ, ਲੇਕਿਨ ਉੱਥੇ ਮਤਲਬ ਕੋਈ ਵਸਾਇਲ ਆੜੇ ਆ ਗਏ ਜਾਂ ਕੋਈ ਵੈਦਰ ਆੜੇ ਆ ਗਿਆ, ਕੋਈ ਐਸੀ ਰੁਕਾਵਟ ਆ ਗਈ ਤੇ ਤੁਸੀਂ ਰੈਸਕਿਊ ਨਹੀਂ ਕਰ ਪਾਏ, ਜਿਹਦਾ ਤੁਹਾਨੂੰ ਅਫਸੋਸ ਰਿਹਾ ਹੋਵੇ ਅੱਜ ਤੱਕ? ਅੱਲਾਹ ਦਾ ਸ਼ੁਕਰ ਹੈ ਕਿ ਹੁਣ ਜਿਹੜਾ ਹੁਣ ਸਿਸਟਮ ਤੇ ਨਿਜ਼ਾਮ ਚੱਲਦਾ ਪਿਆ। ਕੁਝ ਐਸੇ ਵਾਕਿਆਤ ਤੇ ਜਗ੍ਹਾ ਹੁੰਦੀਆਂ ਨੇ ਜਿੱਥੇ ਬੰਦੇ ਖਾਸ ਤੌਰ ਤੇ ਅੱਗ ਸ਼ਾਗ ਤੇ ਜਿੱਥੇ ਫਸੇ ਹੋਣ, ਉੱਥੇ ਪਹੁੰਚਣਾ, ਉੱਥੋਂ ਕੱਢਣਾ, ਬੜਾ ਲੋਕੀ ਇਸ ਵਕਤ ਐਕਸਪੈਕਟ ਕਰਦੇ ਨੇ ਸੁਪਰਮੈਨ ਦੀ ਤਰ੍ਹਾਂ ਤੁਸੀਂ ਉੱਥੋਂ ਆਓ, ਛਲਾਂਗ ਮਾਰੋ ਤੇ ਉਹਨਾਂ ਨੂੰ ਖਿੜਕੀ ਤੋਂ ਕੱਢ ਕੇ ਲੈ ਜਾਓ। ਤੇ ਇਹ ਮੁਮਕਿਨ ਜਿਹੜਾ ਉਹ ਨਹੀਂ ਹੁੰਦਾ।
ਔਰ ਇਸ ਤਰ੍ਹਾਂ ਦੇ ਕੁਝ ਵਾਕਿਆਤ ਐਸੇ ਹੁੰਦੇ ਨੇ ਜਿਨ੍ਹਾਂ ਤੇ ਫਿਰ ਬੰਦੇ ਨੂੰ ਅਫਸੋਸ ਰਹਿੰਦਾ ਹੈ, ਲੇਕਿਨ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਜਿਹਨੂੰ ਵੀ ਬਚਾ ਸਕਦੇ ਹਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ।